ਸਾਡੇ ਅੱਜ ਦੇ ਲੈਕਚਰ ਦਾ ਟੌਪਿਕ ਹੈ ਪ੍ਰਾਚੀਨ ਭਾਰਤੀ ਇਤਿਹਾਸ ਦੇ ਮੁੱਖ ਸੋਮੇ। ਪ੍ਰਾਚੀਨ ਭਾਰਤੀ ਇਤਿਹਾਸ ਦੇ ਸੋਮੇ ਕਈ ਪ੍ਰਕਾਰ ਦੇ ਹਨ, ਜਿਨ੍ਹਾਂ ਦੇ ਵਿੱਚ ਧਾਰਮਿਕ ਸਾਹਿਤ, ਇਤਿਹਾਸਿਕ ਅਤੇ ਅਰਧ ਇਤਿਹਾਸਿਕ ਸਾਹਿਤ, ਸ਼ਿਲਾਲੇਖ, ਸਿੱਕੇ, ਭਵਨ, ਸਮਾਰਕ, ਵਿਦੇਸ਼ੀਆਂ ਦੇ ਲੇਖ ਇਸ ਦੇ ਵਿੱਚ ਆ ਜਾਂਦੇ ਹਨ। ਇਸ ਵਿੱਚ ਸੰਦੇਹ ਨਹੀਂ ਕਿ ਇਹਨਾਂ ਸੋਮਿਆਂ ਤੋਂ ਪ੍ਰਾਚੀਨ ਭਾਰਤ ਦੀਆਂ ਰਾਜਨੀਤਿਕ ਘਟਨਾਵਾਂ ਦਾ ਕਾਫੀ ਮਾਤਰਾ ਵਿੱਚ ਨਿਸ਼ਚਿਤ ਗਿਆਨ ਪ੍ਰਾਪਤ ਨਹੀਂ ਹੁੰਦਾ, ਪਰ ਉਹਨਾਂ ਦਾ ਚੰਗੀ ਤਰ੍ਹਾਂ ਅਤੇ ਆਲੋਚਨਾਤਮਕ ਅਧਿਐਨ ਕਰਕੇ ਆਧੁਨਿਕ ਯੂਰਪੀ ਅਤੇ ਭਾਰਤੀ ਵਿਦਵਾਨ ਪ੍ਰਾਚੀਨ ਕਾਲ ਦੇ ਕ੍ਰਮਵਾਰ ਇਤਿਹਾਸ ਦਾ ਨਿਰਮਾਣ ਕਰਨ ਵਿੱਚ ਸਫਲ ਹੋ ਗਏ ਹਨ। ਕਿਤੇ ਕਿਤੇ ਖਾਲੀ ਥਾਂ ਜ਼ਰੂਰ ਰਹਿ ਗਏ ਨੇ ਅਤੇ ਕਈ ਮਿਤੀਆਂ ਹੁਣ ਤੱਕ ਅਸਪਸ਼ਟ ਵੀ ਹਨ, ਪਰ ਇਹਨਾਂ ਦੋਸ਼ਾਂ ਦੇ ਨਾਲ ਨਾਲ ਇਹਨਾਂ ਸੋਮਿਆਂ ਦੇ ਕਈ ਗੁਣ ਵੀ ਹਨ। ਜਿਵੇਂ ਪਹਿਲਾ, ਇਹ ਸੋਮੇ ਬਹੁਤ ਅਧਿਕ ਸੰਖਿਆ ਦੇ ਵਿੱਚ ਪ੍ਰਾਪਤ ਹੁੰਦੇ ਹਨ। ਦੂਜਾ, ਇਹਨਾਂ ਵਿੱਚੋਂ ਕੁਝ ਸੋਮਿਆਂ ਤੋਂ ਵੱਖ-ਵੱਖ ਯੁੱਗਾਂ ਦੀ ਰਾਜਨੀਤਿਕ ਤੋਂ ਇਲਾਵਾ ਸਮਾਜਿਕ, ਧਾਰਮਿਕ, ਆਰਥਿਕ ਅਤੇ ਸੰਸਕ੍ਰਿਤਿਕ ਅਵਸਥਾਵਾਂ ਦੇ ਵਿਸ਼ੇ ਦੇ ਵਿੱਚ ਕਾਫੀ ਸਮੱਗਰੀ ਪ੍ਰਾਪਤ ਹੁੰਦੀ ਹੈ। ਅਸਲ ਦੇ ਵਿੱਚ ਇਹਨਾਂ ਸੋਮਿਆਂ ਨੂੰ 4 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਹੈ ਧਾਰਮਿਕ ਸਾਹਿਤ, ਦੂਸਰਾ ਇਤਿਹਾਸਿਕ ਅਤੇ ਅਰਧ ਇਤਿਹਾਸਿਕ ਸਾਹਿਤ, ਤੀਸਰਾ ਪੁਰਾਤੱਤਵ ਸੰਬੰਧੀ ਸਮੱਗਰੀ ਅਤੇ ਚੌਥਾ ਵਿਦੇਸ਼ੀਆਂ ਦੇ ਲੇਖ। ਅੱਜ ਅਸੀਂ ਕੇਵਲ ਧਾਰਮਿਕ ਸਾਹਿਤ ਦੇ ਬਾਰੇ ਹੀ ਗੱਲ ਕਰਾਂਗੇ। ਪਹਿਲਾ ਹੁੰਦਾ ਹੈ ਬ੍ਰਾਹਮਣਾਂ ਜਾਂ ਹਿੰਦੂਆਂ ਦੇ ਧਾਰਮਿਕ ਗ੍ਰੰਥ। ਹਿੰਦੂਆਂ ਦੇ ਧਾਰਮਿਕ ਗ੍ਰੰਥ ਪ੍ਰਾਚੀਨ ਭਾਰਤੀ ਇਤਿਹਾਸ ਦੇ ਅਤਿਅੰਤ ਮਹੱਤਵਪੂਰਨ ਸੋਮੇ ਹਨ, ਜਿਨ੍ਹਾਂ ਦੇ ਵਿੱਚੋਂ ਪਹਿਲਾ ਹੈ ਰਿਗਵੇਦ। ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਵਿੱਚੋਂ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ। ਇਸ ਵਿੱਚ ਕੁੱਲ 1028 ਸੂਕਤ ਹਨ, ਜੋ 10 ਮੰਡਲਾਂ ਵਿੱਚ ਵੰਡੇ ਹੋਏ ਹਨ। ਇਸ ਵਿੱਚ ਮੁੱਖ ਰੂਪ ਵਿੱਚ ਆਰੰਭਕ ਆਰੀਆ ਦੇ ਵਰੁਣ, ਇੰਦਰ, ਅਗਨੀ, ਸੋਮ, ਸੂਰਜ, ਊਸ਼ਾ, ਰੁਦਰ, ਦੇਵੀ ਦੇਵਤਿਆਂ ਦੀ ਉਸਤਤ ਵਿੱਚ ਮੰਤਰ ਹਨ। ਇਹ ਭਾਰਤੀ ਆਰੀਆ ਦੀ ਸਭ ਤੋਂ ਪੁਰਾਣੀ ਸੱਭਿਅਤਾ ਦਾ ਇੱਕਮਾਤਰ ਸੋਮਾ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਆਰੀਆ ਲੋਕ ਮਤਸਿਆਂ, ਕ੍ਰਿਵੀ, ਯਦੂ, ਪੁਰੂ, ਅਨੂ ਆਦਿ ਜਨਾਂ ਵਿੱਚ ਵੰਡੇ ਹੋਏ ਸਨ। ਹਰੇਕ ਜਨ ਦੇ ਮੁਖੀਏ ਨੂੰ ਰਾਜਨ ਕਿਹਾ ਜਾਂਦਾ ਸੀ, ਜੋ ਯੁੱਧ ਦੇ ਸਮੇਂ ਆਪਣੇ ਜਨ ਦੇ ਲੋਕਾਂ ਦੀ ਅਗਵਾਈ ਕਰਦਾ ਸੀ ਅਤੇ ਸ਼ਾਂਤੀ ਦੇ ਸਮੇਂ ਉਹਨਾਂ ਦੇ ਝਗੜਿਆਂ ਨੂੰ ਨਿਪਟਾਉਂਦਾ ਸੀ। ਉਸ ਦੀ ਸਹਾਇਤਾ ਲਈ ਪੁਰੋਹਿਤ ਅਤੇ ਸੈਨਾਨੀ ਵਰਗੇ ਮੰਤਰੀ ਅਤੇ ਸਭਾ ਅਤੇ ਸੰਮਤੀ ਵਰਗੇ ਸੰਘ ਹੁੰਦੇ ਸਨ। ਰਿਗਵੇਦ ਤੋਂ ਸਾਨੂੰ ਆਰੀਆ ਦੇ ਦਾਸੂਆਂ ਨਾਲ ਕੀਤੇ ਯੁੱਧਾਂ ਅਤੇ ਉਹਨਾਂ ਦੀ ਯੁੱਧ ਪ੍ਰਣਾਲੀ ਦੇ ਵਿਸ਼ੇ ਵਿੱਚ ਵੀ ਗਿਆਨ ਪ੍ਰਾਪਤ ਹੁੰਦਾ ਹੈ। ਰਾਜਨੀਤਿਕ ਜੀਵਨ ਦੇ ਇਲਾਵਾ ਇਸ ਮਹਾਨ ਗ੍ਰੰਥ ਤੋਂ ਪ੍ਰਾਚੀਨ ਆਰੀਆ ਦੇ ਸਮਾਜਿਕ ਜੀਵਨ, ਧਾਰਮਿਕ ਜੀਵਨ ਅਤੇ ਆਰਥਿਕ ਜੀਵਨ ਦੇ ਸੰਬੰਧ ਵਿੱਚ ਵੀ ਬਹੁਤ ਜ਼ਿਆਦਾ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਹੈ ਦੂਜੇ 3 ਵੇਦ ਅਤੇ ਉੱਤਰ ਵੈਦਿਕ ਕਾਲ ਦੇ ਹੋਰ ਗ੍ਰੰਥ।
ਜਿਨ੍ਹਾਂ ਦੇ ਵਿੱਚੋਂ ਪਹਿਲਾ ਹੈ ਸਾਮਵੇਦ। ਰਿਗਵੇਦ ਤੋਂ ਬਾਅਦ 3 ਹੋਰ ਵੇਦਾਂ ਜਿਨ੍ਹਾਂ ਦੇ ਵਿੱਚ ਸਾਮਵੇਦ, ਯਜੁਰਵੇਦ ਤੇ ਅਥਰਵਵੇਦ ਦੀ ਰਚਨਾ ਹੋਈ। ਸਾਮਵੇਦ ਵਿੱਚ ਕੁੱਲ 1603 ਮੰਤਰ ਹਨ। ਇਸ ਗ੍ਰੰਥ ਦੇ ਆਪਣੇ ਕੇਵਲ 99 ਮੰਤਰ ਹੀ ਹਨ। ਬਾਕੀ ਮੰਤਰ ਰਿਗਵੇਦ ਵਿੱਚੋਂ ਲਏ ਗਏ ਹਨ। ਸਾਮ ਸ਼ਬਦ ਦਾ ਅਰਥ ਹੈ ਗੀਤ ਅਤੇ ਸਾਮਵੇਦ ਵਿੱਚ ਗੀਤਾਂ ਜਾਂ ਗਾਏ ਜਾਣ ਵਾਲੇ ਮੰਤਰਾਂ ਦਾ ਹੀ ਸੰਗ੍ਰਹਿ ਹੈ। ਅਗਲਾ ਹੈ ਯਜੁਰਵੇਦ। ਯਜੁਰਵੇਦ ਵਿੱਚ ਯੱਗਾਂ ਵਿੱਚ ਪੜ੍ਹੇ ਜਾਣ ਵਾਲੇ ਮੰਤਰਾਂ ਦਾ ਸੰਗ੍ਰਹਿ ਹੈ ਅਤੇ ਇਹ ਕਰਮਕਾਂਡ ਪ੍ਰਧਾਨ ਗ੍ਰੰਥ ਹੈ। ਅਗਲਾ ਹੈ ਅਥਰਵਵੇਦ। ਅਥਰਵਵੇਦ ਦੀ 4 ਵੇਦਾਂ ਦੇ ਵਿੱਚੋਂ ਸਭ ਤੋਂ ਬਾਅਦ ਰਚਨਾ ਹੋਈ। ਇਹ 20 ਕਾਂਡਾਂ ਵਿੱਚ ਵੰਡਿਆ ਹੋਇਆ ਹੈ। ਇਸ ਵਿੱਚ ਔਸ਼ਧੀ ਵਿਗਿਆਨ, ਯਜੁਰਵੇਦ, ਜਾਦੂ ਟੂਣਿਆਂ ਤੇ ਭੂਤ ਪ੍ਰੇਤਾਂ ਤੋਂ ਬਚਣ ਸੰਬੰਧੀ ਮੰਤਰਾਂ ਦਾ ਸੰਗ੍ਰਹਿ ਹੈ। ਇਹਨਾਂ ਗ੍ਰੰਥਾਂ ਤੋਂ ਇਲਾਵਾ ਉੱਤਰ ਵੈਦਿਕ ਕਾਲ ਦੇ ਵਿੱਚ ਕਈ ਹੋਰ ਗ੍ਰੰਥਾਂ ਦੀ ਰਚਨਾ ਹੋਈ, ਜਿਨ੍ਹਾਂ ਦੇ ਵਿੱਚ ਬ੍ਰਾਹਮਣ ਗ੍ਰੰਥ, ਇਸ ਵਿੱਚ ਵੇਦ ਮੰਤਰਾਂ ਦੀ ਵਿਆਖਿਆ ਲਈ ਰਚੇ ਗਏ ਇਹਨਾਂ ਗ੍ਰੰਥਾਂ ਵਿੱਚ ਯੱਗਾਂ ਤੇ ਕਰਮਕਾਂਡਾਂ ਦਾ ਵਰਣਨ ਹੈ। ਉਪਨਿਸ਼ਦ ਇਹਨਾਂ ਗ੍ਰੰਥਾਂ ਵਿੱਚ ਵਿਸ਼ਵ ਦੀ ਉਤਪਤੀ, ਬ੍ਰਹਮ, ਆਤਮਾ, ਜਨਮ ਮਰਨ ਆਦਿ ਵਿਸ਼ਿਆਂ 'ਤੇ ਵਿਚਾਰ ਕੀਤਾ ਗਿਆ ਹੈ ਅਤੇ ਇਹ ਅਧਿਆਤਮਕ ਗਿਆਨ ਦਾ ਭੰਡਾਰ ਤੇ ਪ੍ਰਾਚੀਨ ਭਾਰਤੀ ਦਰਸ਼ਨ ਦਾ ਅਨਮੋਲ ਖਜ਼ਾਨਾ ਮੰਨੇ ਜਾਂਦੇ ਹਨ। ਸੂਤਰ ਗ੍ਰੰਥ। ਕਲਪ ਸੂਤਰ, ਸਰੋਤ ਸੂਤਰ, ਗ੍ਰਹਿ ਸੂਤਰ, ਧਰਮ ਸੂਤਰ ਤੇ ਸੁਲਭ ਸੂਤਰ ਵਿੱਚ ਵੇਦ ਵਿਦਿਆ ਦੇ ਸਿਧਾਂਤਾਂ, ਯੱਗਾਂ ਤੇ ਕਰਮ ਕਾਂਡਾਂ ਦਾ ਵਰਣਨ ਹੈ। ਅਗਲਾ ਹੈ ਵੇਦਾਂਗ। ਇਹ ਗਿਣਤੀ ਵਿੱਚ 6 ਹਨ। ਇਹਨਾਂ ਵਿੱਚ ਵੇਦ ਮੰਤਰਾਂ ਦੇ ਸ਼ੁੱਧ ਉਚਾਰਨ, ਅਰਥ ਤੇ ਵਿਆਕਰਨ ਆਦਿ ਦਾ ਵਰਣਨ ਕੀਤਾ ਗਿਆ ਹੈ। ਗ੍ਰੰਥਾਂ ਦੇ ਗੰਭੀਰ ਤੇ ਸੂਖਮ ਅਧਿਐਨ ਦੇ ਨਾਲ ਸਾਨੂੰ ਆਰੀਆ ਦੀ ਉੱਤਰ ਵੈਦਿਕ ਕਾਲ ਦੀ ਸੱਭਿਅਤਾ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਹਨਾਂ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਆਰੀਆ ਦਾ ਇਸ ਸਮੇਂ ਤੱਕ ਸਾਰੇ ਉੱਤਰੀ ਭਾਰਤ ਵਿੱਚ ਪ੍ਰਸਾਰ ਹੋ ਚੁੱਕਾ ਸੀ ਅਤੇ ਉਹਨਾਂ ਦੇ ਸ਼ਕਤੀਸ਼ਾਲੀ ਰਾਜ ਸਥਾਪਿਤ ਹੋ ਚੁੱਕੇ ਸਨ। ਇਹ ਗ੍ਰੰਥ ਉਸ ਸਮੇਂ ਦੇ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ, ਆਸ਼ਰਮ ਧਰਮ, ਜਾਤੀ ਪ੍ਰਥਾ, ਭੋਜਨ, ਵਸਤਰ, ਲੋਕਾਂ ਦੇ ਕਿੱਤਿਆਂ ਤੇ ਉਹਨਾਂ ਦੇ ਧਾਰਮਿਕ ਜੀਵਨ ਦੀਆਂ ਵਿਸ਼ੇਸ਼ਤਾਵਾਂ ਉੱਤੇ ਵੀ ਚਾਨਣ ਪਾਉਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਗ੍ਰੰਥ ਇਤਿਹਾਸਿਕ ਦ੍ਰਿਸ਼ਟੀ ਤੋਂ ਨਹੀਂ ਲਿਖੇ ਗਏ, ਪਰੰਤੂ ਫਿਰ ਵੀ ਇਹਨਾਂ ਤੋਂ ਆਲੋਚਨਾਤਮਕ ਅਧਿਐਨ ਨਾਲ ਸਾਨੂੰ ਉਸ ਕਾਲ ਦੇ ਵਿਸ਼ੇ ਵਿੱਚ ਬਹੁਤ ਉਪਯੋਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹਨਾਂ ਗ੍ਰੰਥਾਂ ਦਾ ਮੁੱਲ ਹੋਰ ਵੀ ਵੱਧ ਜਾਂਦਾ ਹੈ ਜਦੋਂ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹਾਂ ਕਿ ਸਾਡੇ ਕੋਲ ਉਸ ਕਾਲ ਲਈ ਕੋਈ ਵੀ ਹੋਰ ਸੋਮਾ ਨਹੀਂ ਹੈ। ਮਹਾਕਾਵਿ, ਰਾਮਾਇਣ ਅਤੇ ਮਹਾਭਾਰਤ। ਰਾਮਾਇਣ ਵਿੱਚ ਕੁੱਲ 24,000 ਸ਼ਲੋਕ ਹਨ
ਤੇ ਇਸ ਦੀ ਰਚਨਾ ਮਹਾਰਿਸ਼ੀ ਵਾਲਮੀਕੀ ਨੇ ਕੀਤੀ ਸੀ। ਮਹਾਭਾਰਤ ਰਾਮਾਇਣ ਦੀ ਤੁਲਨਾ ਵਿੱਚ ਬਹੁਤ ਵੱਡਾ ਕਾਵਿ ਗ੍ਰੰਥ ਹੈ, ਜਿਸ ਵਿੱਚ 1 ਲੱਖ ਤੋਂ ਵੀ ਵੱਧ ਸ਼ਲੋਕ ਹਨ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਸ ਦੀ ਰਚਨਾ ਰਿਸ਼ੀ ਵੇਦ ਵਿਆਸ ਨੇ ਕੀਤੀ ਸੀ। ਰਾਮਾਇਣ ਅਤੇ ਮਹਾਭਾਰਤ ਵਿੱਚ ਜਿਨ੍ਹਾਂ ਰਾਜਾਂ, ਨਗਰਾਂ ਅਤੇ ਪਾਤਰਾਂ ਦਾ ਵਰਣਨ ਹੈ, ਉਹ ਸਾਰੇ ਇਤਿਹਾਸਿਕ ਹਨ। ਕਿਤੇ ਕਿਤੇ ਸੱਚਾਈ ਦੇ ਨਾਲ ਨਾਲ ਕਾਲਪਿਤ ਗੱਲਾਂ ਨੂੰ ਜ਼ਰੂਰ ਸਥਾਨ ਦਿੱਤਾ ਗਿਆ ਹੈ। ਇਨ੍ਹਾਂ ਮਹਾਂਕਾਵਾਂ ਦਾ ਧਿਆਨਪੂਰਵਕ ਅਧਿਐਨ ਕਰਨ ਨਾਲ ਸਾਨੂੰ ਉਸ ਸਮੇਂ ਦੇ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਸ਼ਾਸਕਾਂ, ਉਹਨਾਂ ਦੇ ਸ਼ਾਸਨ ਪ੍ਰਬੰਧ, ਉਹਨਾਂ ਦੀ ਸੈਨਿਕ ਪ੍ਰਣਾਲੀ ਅਤੇ ਲੜਾਈ ਕਰਨ ਦੇ ਢੰਗਾਂ, ਉਸ ਸਮੇਂ ਦੇ ਪ੍ਰਸਿੱਧ ਨਗਰਾਂ, ਜਾਤੀ ਪ੍ਰਥਾ ਦੇ ਸਰੂਪ, ਸਮਾਜ ਵਿੱਚ ਇਸਤਰੀਆਂ ਦੀ ਸਥਿਤੀ, ਇਸਤਰੀਆਂ ਅਤੇ ਪੁਰਸ਼ਾਂ ਦੇ ਉੱਚੇ ਆਦਰਸ਼ਾਂ, ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਪ੍ਰਥਾਵਾਂ ਅਤੇ ਕ੍ਰਿਸ਼ੀ ਵਪਾਰ ਬਾਰੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ। ਇਸ ਤੋਂ ਅੱਗੇ ਹੈ ਪੁਰਾਣ। N. ਘੋਸ਼ ਦੇ ਕਥਨ ਅਨੁਸਾਰ ਪੁਰਾਣਾਂ ਦਾ ਪ੍ਰਾਚੀਨ ਭਾਰਤ ਦੇ ਧਾਰਮਿਕ ਸਾਹਿਤ ਦੀ ਦੂਜੀ ਹਰੇਕ ਸ਼ਾਖਾ ਦੇ ਮੁਕਾਬਲੇ ਵਿੱਚ ਵਾਸਤਵਿਕ ਇਤਿਹਾਸ ਨਾਲ ਵਧੇਰੇ ਸੰਬੰਧ ਹੈ। ਪੁਰਾਣਾਂ ਦੀ ਕੁੱਲ ਸੰਖਿਆ 18 ਹੈ, ਪਰੰਤੂ ਇਹਨਾਂ ਵਿੱਚੋਂ ਕੇਵਲ ਬ੍ਰਹਮ, ਬਾਜੂ, ਮਤਸ਼, ਵਿਸ਼ਨੂੰ, ਭਗਵਤ, ਗਰੁੜ, ਮਾਰਕੰਡੇਜ ਇਤਿਹਾਸਕ ਦ੍ਰਿਸ਼ਟੀ ਤੋਂ ਮਹੱਤਤਾ ਰੱਖਦੇ ਹਨ। ਇਹਨਾਂ ਵਿੱਚ ਨੰਦ, ਮੌਰੀਆ, ਸੁੰਗ, ਕਣਵ ਅਤੇ ਗੁਪਤ ਆਦਿ ਪ੍ਰਾਚੀਨ ਭਾਰਤ ਦੇ ਵੱਖ-ਵੱਖ ਵੰਸ਼ਾਂ ਦੇ ਰਾਜਿਆਂ ਦਾ ਵਰਣਨ ਹੈ। ਇਸ ਤੋਂ ਬਿਨਾਂ ਇਹਨਾਂ ਵਿੱਚੋਂ ਅਭੀਰ, ਸ਼ਕ ਅਤੇ ਹੂਣ ਆਦਿ ਕਬੀਲਿਆਂ ਦਾ ਵੀ ਵਰਣਨ ਮਿਲਦਾ ਹੈ। ਪੁਰਾਣਾਂ ਦੇ ਧਿਆਨਪੂਰਵਕ ਅਤੇ ਆਲੋਚਨਾਤਮਕ ਅਧਿਐਨ ਤੋਂ ਸਾਨੂੰ ਪ੍ਰਾਚੀਨ ਭਾਰਤ ਦੇ ਵੱਖ-ਵੱਖ ਵੰਸ਼ਾਂ, ਰਾਜਿਆਂ ਅਤੇ ਘਟਨਾਵਾਂ ਦੇ ਸੰਬੰਧ ਵਿੱਚ ਅਤਿਅੰਤ ਉਪਯੋਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਦੂਸਰਾ, ਬੋਧੀਆਂ ਦੇ ਧਾਰਮਿਕ ਗ੍ਰੰਥ। ਪਹਿਲਾ ਹੈ ਤ੍ਰਿਪਿਟਕ। ਵੱਖ-ਵੱਖ ਸਮਿਆਂ ਦੇ ਵਿੱਚ ਰਚਿਤ ਬੋਧੀਆਂ ਦੇ ਧਾਰਮਿਕ ਗ੍ਰੰਥ ਪ੍ਰਾਚੀਨ ਭਾਰਤੀ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਸੋਮਿਆਂ ਵਿੱਚੋਂ ਹਨ। ਤ੍ਰਿਪਿਟਕ ਬੋਧੀਆਂ ਦੇ ਸਭ ਤੋਂ ਪੁਰਾਤਨ ਪਵਿੱਤਰ ਗ੍ਰੰਥ ਸੁਤਪਿਟਕ, ਵਿਨੈਪਿਟਕ ਅਤੇ ਅਭਿਧਮਪਿਟਕ ਹਨ। ਪਿਟਕ ਦਾ ਸ਼ਬਦੀ ਅਰਥ ਹੈ ਬਾਸਕਟ ਜਾਂ ਟੋਕਰੀ। ਪਾਲੀ ਭਾਸ਼ਾ ਵਿੱਚ ਲਿਖੇ ਗਏ ਇਹਨਾਂ ਤਿੰਨਾਂ ਗ੍ਰੰਥਾਂ ਤੋਂ ਬੁੱਧ ਧਰਮ ਦੇ ਮੂਲ ਸਿਧਾਂਤਾਂ ਅਤੇ ਦਰਸ਼ਨ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸੁਤਪਿਟਕ ਵਿੱਚ ਮਹਾਤਮਾ ਬੁੱਧ ਦੇ ਉਪਦੇਸ਼ਾਂ ਦਾ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਵਰਣਨ ਕੀਤਾ ਗਿਆ ਹੈ। ਕਿਤੇ ਕਿਤੇ ਉਹਨਾਂ ਦੇ ਚੇਲਿਆਂ ਦੇ ਵਾਕ ਵੀ ਦਿੱਤੇ ਗਏ ਹਨ। ਵਿਨੈਪਿਟਕ ਵਿੱਚ ਭਿਕਸ਼ੂਆਂ ਦੇ ਆਚਰਣ ਨਾਲ ਸੰਬੰਧਿਤ ਨਿਯਮ ਦੱਸੇ ਗਏ ਹਨ। ਅਭਿਧਮਪਿਟਕ ਵਿੱਚ ਵੱਖ-ਵੱਖ ਯੁੱਗਾਂ ਵਿੱਚ ਜੀਵਨ ਦੀਆਂ ਅਵਸਥਾਵਾਂ ਅਤੇ ਦੂਜੀਆਂ ਦਾਰਸ਼ਨਿਕ ਗੱਲਾਂ 'ਤੇ ਵਿਚਾਰ ਕੀਤਾ ਗਿਆ ਹੈ। ਇਹਨਾਂ ਤਿੰਨਾਂ ਗ੍ਰੰਥਾਂ ਦੇ ਧਿਆਨਪੂਰਵਕ ਅਧਿਐਨ ਤੋਂ ਸਾਨੂੰ ਕੇਵਲ ਬੁੱਧ ਧਰਮ ਦੇ ਸੰਬੰਧ ਵਿੱਚ ਹੀ ਨਹੀਂ, ਬਲਕਿ ਤਤਕਾਲੀਨ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਜੀਵਨ ਦੇ ਸੰਬੰਧ ਵਿੱਚ ਵੀ ਬਹੁਤ ਭਰਪੂਰ ਜਾਣਕਾਰੀ ਮਿਲਦੀ ਹੈ। ਅਗਲਾ ਆ ਜਾਂਦਾ ਹੈ ਜਾਤਕ। ਜਾਤਕ ਵੀ ਬੋਧੀਆਂ ਦੇ ਪ੍ਰਸਿੱਧ ਗ੍ਰੰਥਾਂ ਵਿੱਚੋਂ ਹਨ। ਇਹਨਾਂ ਵਿੱਚ ਬੁੱਧ ਦੀਆਂ ਜਨਮ ਤੋਂ ਪਹਿਲਾਂ ਦੀਆਂ ਕਥਾਵਾਂ ਦਾ ਵਰਣਨ ਹੈ, ਜਿਨ੍ਹਾਂ ਦੀ ਕੁੱਲ ਸੰਖਿਆ 549 ਦੱਸੀ ਜਾਂਦੀ ਹੈ।
ਇਹਨਾਂ ਦੇ ਅਧਿਐਨ ਤੋਂ ਸਾਨੂੰ ਉਸ ਸਮੇਂ ਵਿੱਚ ਪ੍ਰਚਲਿਤ ਭਾਰਤੀਆਂ ਦੇ ਅੰਧ ਵਿਸ਼ਵਾਸਾਂ ਤੇ ਸਮਾਜਿਕ ਪ੍ਰਥਾਵਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਦੀਪਵੰਸ ਅਤੇ ਮਹਾਵੰਸ, ਇਹ ਦੋਵੇਂ ਗ੍ਰੰਥ ਪਾਲੀ ਭਾਸ਼ਾ ਵਿੱਚ ਹਨ। ਮਹਾਵੰਸ ਦੀ ਰਚਨਾ ਮਹਾਨਾਮ ਨੇ ਕੀਤੀ, ਪਰ ਦੀਪਵੰਸ ਦੇ ਲੇਖਕ ਬਾਰੇ ਕੁਝ ਪਤਾ ਨਹੀਂ ਲੱਗਦਾ। ਇਹਨਾਂ ਗ੍ਰੰਥਾਂ ਵਿੱਚ ਲੰਕਾ ਦੇ ਮਹਾਤਮਾ ਬੁੱਧ ਦੀ ਮੌਤ ਦੇ ਸਮੇਂ ਤੋਂ ਲੈ ਕੇ 4 ਸਦੀ ਈਸਵੀ ਤੱਕ ਦੇ ਰਾਜਿਆਂ ਅਤੇ ਉਹਨਾਂ ਦੇ ਸਮੇਂ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਹੈ। ਇਹਨਾਂ ਗ੍ਰੰਥਾਂ ਤੋਂ ਪਤਾ ਲੱਗਦਾ ਹੈ ਕਿ ਲੰਕਾ ਵਿੱਚ ਬੁੱਧ ਧਰਮ ਦਾ ਡੂੰਘਾ ਪ੍ਰਭਾਵ ਪਿਆ ਸੀ ਅਤੇ ਭਾਰਤ ਦੇ ਲੰਕਾ ਨਾਲ ਗੂੜ੍ਹੇ ਸੰਬੰਧ ਸਨ। ਅਗਲਾ ਹੈ ਸੰਸਕ੍ਰਿਤ ਦੇ ਬੋਧੀ ਗ੍ਰੰਥ। ਬੁੱਧ ਧਰਮ ਨਾਲ ਸੰਬੰਧਿਤ ਅਨੇਕ ਸੰਸਕ੍ਰਿਤ ਦੇ ਗ੍ਰੰਥਾਂ ਦੀ ਵੀ ਰਚਨਾ ਹੋਈ। ਇਹਨਾਂ ਵਿੱਚੋਂ ਉੱਤਰੀ ਬੁੱਧ ਧਰਮ ਨਾਲ ਸੰਬੰਧਿਤ ਲਲਿਤ ਵਿਸਤਾਰ ਸਭ ਤੋਂ ਪ੍ਰਸਿੱਧ ਹੈ। ਅਜਿਹਾ ਲੱਗਦਾ ਹੈ ਕਿ ਇਸ ਗ੍ਰੰਥ ਦੀ ਰਚਨਾ ਨੇਪਾਲ ਵਿੱਚ ਈਸਾ ਦੀ 2 ਜਾਂ 3 ਸਦੀ ਵਿੱਚ ਕੀਤੀ ਗਈ। ਇਸ ਤੋਂ ਬੁੱਧ ਧਰਮ ਤੇ ਉਸ ਸਮੇਂ ਦੀਆਂ ਅਵਸਥਾਵਾਂ ਬਾਰੇ ਉਪਯੋਗੀ ਇਤਿਹਾਸਿਕ ਜਾਣਕਾਰੀ ਜ਼ਰੂਰ ਮਿਲਦੀ ਹੈ। ਅਗਲਾ ਤੀਸਰਾ ਹੈ ਜੈਨੀਆਂ ਦੇ ਧਾਰਮਿਕ ਗ੍ਰੰਥ। 12 ਅੰਗ। ਜੈਨੀਆਂ ਦੇ ਧਾਰਮਿਕ ਗ੍ਰੰਥ ਵੀ ਪ੍ਰਾਚੀਨ ਭਾਰਤੀ ਇਤਿਹਾਸ ਦੇ ਉੱਤੇ ਚਾਨਣਾ ਪਾਉਂਦੇ ਹਨ। ਜਿਵੇਂ 12 ਅੰਗ ਜੈਨੀਆਂ ਦੇ ਸਭ ਤੋਂ ਪਵਿੱਤਰ ਮੂਲ ਗ੍ਰੰਥਾਂ ਨੂੰ ਪੂਰਬ ਕਿਹਾ ਜਾਂਦਾ ਸੀ, ਜਿਨ੍ਹਾਂ ਦੀ ਕੁੱਲ ਗਿਣਤੀ 14 ਸੀ। 3 ਸਦੀ ਈਸਵੀ ਪੂਰਵ ਵਿੱਚ ਇਹਨਾਂ ਨੂੰ ਪ੍ਰਕਿਰਤ ਭਾਸ਼ਾ ਵਿੱਚ 12 ਅੰਗਾਂ ਵਿੱਚ ਸੰਕਲਿਤ ਕੀਤਾ ਗਿਆ। ਇਹਨਾਂ ਗ੍ਰੰਥਾਂ ਤੋਂ ਸਾਨੂੰ ਕੇਵਲ ਵਰਤਮਾਨ ਮਹਾਵੀਰ ਅਤੇ ਜੈਨ ਧਰਮ ਦੇ ਸਿਧਾਂਤਾਂ ਬਾਰੇ ਹੀ ਗਿਆਨ ਪ੍ਰਾਪਤ ਨਹੀਂ ਹੁੰਦਾ, ਸਗੋਂ ਉਸ ਸਮੇਂ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਦੇ ਵਿਸ਼ੇ ਵਿੱਚ ਵੀ ਬਹੁਮੁੱਲੀਆਂ ਸੂਚਨਾਵਾਂ ਮਿਲਦੀਆਂ ਹਨ। ਅਗਲਾ ਹੈ ਕਲਪ ਸੂਤਰ। ਜੈਨੀਆਂ ਦਾ ਇੱਕ ਹੋਰ ਵਿਸ਼ਾਲ ਗ੍ਰੰਥ ਕਲਪ ਸੂਤਰ, ਜਿਸ ਨੂੰ ਈਸਾ ਪੂਰਬ ਦੀ 4 ਸਦੀ ਵਿੱਚ ਭੱਦਰਬਾਹੂ ਨੇ ਲਿਖਿਆ ਸੀ। ਇਹ ਇੱਕ ਮਹੱਤਵਪੂਰਨ ਇਤਿਹਾਸਿਕ ਸੋਮਾ ਹੈ। ਇਸ ਦੇ ਪਹਿਲੇ ਭਾਗ ਵਿੱਚ ਜੈਨੀਆਂ ਦੇ 24 ਤੀਰਥੰਕਰਾਂ, ਖਾਸ ਤੌਰ 'ਤੇ 23ਵੇਂ ਤੀਰਥੰਕਰ ਪਾਰਸ਼ਵਨਾਥ ਅਤੇ 24ਵੇਂ ਤੀਰਥੰਕਰ ਮਹਾਵੀਰ ਦੀਆਂ ਜੀਵਨੀਆਂ ਦਿੱਤੀਆਂ ਗਈਆਂ ਹਨ। ਦੂਜੇ ਭਾਗ ਵਿੱਚ ਜੈਨੀਆਂ ਦੇ ਸਕੂਲਾਂ ਦੀ ਸੂਚੀ ਅਤੇ ਇਹਨਾਂ ਦੇ ਮੁਖੀਆਂ ਦਾ ਵਰਣਨ ਹੈ। ਤੀਜੇ ਭਾਗ ਵਿੱਚ ਜੈਨ ਭਿਕਸ਼ੂਆਂ ਦੇ ਆਚਰਣ ਸੰਬੰਧੀ ਕਠੋਰ ਨਿਯਮ ਦਿੱਤੇ ਗਏ ਹਨ। ਇਹ ਸੀ ਧਾਰਮਿਕ ਸਾਹਿਤ, ਜਿਸ ਤੋਂ ਸਾਨੂੰ ਪ੍ਰਾਚੀਨ ਭਾਰਤੀ ਇਤਿਹਾਸ ਦੇ ਬਾਰੇ ਵਡਮੁੱਲਾ ਗਿਆਨ ਪ੍ਰਾਪਤ ਹੁੰਦਾ ਹੈ। ਧੰਨਵਾਦ।